Hello students, I am Amita, your biology teacher. Welcome you all in today's online class. Students, today we are going to study the topic chromosomal inheritance given by Sutton and Boveri. In the earlier lectures, students, we have discussed about Mendelism, how the factors were inherited, how the genes were inherited. We have studied it in detail. Now, what we are going to discuss in this theory was the same thing, but in a different perspective. Things are same, but the method of study, the method of inheritance is slightly different as stated by Mendel. So before we start this theory, let's have a look before this theory was given. What was the scenario before this theory? In 1865, Mendel's work was published, but Mendel's work remained unrecognized. ਅਨਫੋਰਚੂਨੇਟਲੀ ਮੈਂਡਲ ਨੇ ਜੋ ਵੀ ਆਪਣਾ ਸਾਇੰਟਿਫਿਕ ਡਿਸਕਵਰੀਜ਼ ਕੀਤੀਆਂ ਸੀਗੀਆਂ, ਉਹਨੇ ਜੋ ਰਿਸਰਚ ਕੀਤੀ ਸੀ, ਉਹਦੇ ਕੰਮ ਨੂੰ ਇੰਨੀ ਮਹੱਤਤਾ ਨਹੀਂ ਮਿਲੀ ਬਿਕੋਜ਼ ਡਾਰਵਿਨਿਜ਼ਮ ਵਾਜ਼ ਐਟ ਇਟਸ ਪੀਕ। ਉਸ ਟਾਈਮ ਡਾਰਵਿਨ ਦਾ ਸਿਧਾਂਤ ਸੀਗਾ ਜਿਹੜਾ ਲੋਕਾਂ ਦੇ ਦਿਲੋਂ ਦਿਮਾਗ ਦੇ ਉੱਪਰ ਛਾਇਆ ਹੋਇਆ ਸੀਗਾ। ਸੈਕੰਡਲੀ, ਮੈਂਡਲ ਵਾਜ਼ ਏ ਮੈਥਮੈਟੀਸ਼ੀਅਨ। ਮੈਂਡਲ ਇੱਕ ਮੈਥ ਦਾ ਜਿਹੜਾ ਹੈ ਅਧਿਆਪਕ ਸੀ, ਉਸ ਨੂੰ ਜਿਹੜਾ ਹੈ ਨੇਚਰ ਦੇ ਵਿੱਚ ਰਿਸਰਚ ਕਰਨਾ ਅੱਛਾ ਲੱਗਦਾ ਸੀ, ਐਂਡ ਬਾਇਓਲੋਜਿਸਟ ਆਫ ਦੈਟ ਟਾਈਮ ਡਿਡ ਨੋਟ accept his theory। ਉਸ ਸਮੇਂ ਦੇ ਜੋ ਜੀਵ ਵਿਗਿਆਨ ਦੇ ਜੋ ਵੀ ਰਿਸਰਚਰ ਸੀ, ਉਹਨਾਂ ਨੇ ਬੀਇੰਗ ਏ ਮੈਥਮੈਟੀਸ਼ੀਅਨ ਮੈਂਡਲ ਦੇ ਕੰਮ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ। ਲਾਸਟਲੀ, ਮੈਂਡਲ ਕਾਲਡ ਜੀਨਸ ਐਜ਼ ਫੈਕਟਰ। ਮੈਂਡਲ ਨੂੰ ਜੀਨਸ ਬਾਰੇ ਕੁਝ ਪਤਾ ਨਹੀਂ ਸੀ। ਮੈਂਡਲ ਨੂੰ ਜਿਹੜਾ ਹੈਗਾ ਫਿਜ਼ੀਕਲੀ ਦੇਰ ਵਾਜ਼ ਨੋ ਐਵੀਡੈਂਸ ਕਿ ਫੈਕਟਰਸ ਹੁੰਦੇ ਨੇ, ਕਿਉਂਕਿ ਉਸ ਟਾਈਮ ਮਾਈਕਰੋਸਕੋਪ ਨਹੀਂ ਸੀ, ਸਟਰਕਚਰ ਆਫ ਸੈੱਲ ਬਾਰੇ ਕਿਸੇ ਨੂੰ ਨਹੀਂ ਪਤਾ ਸੀ, ਨਿਊਕਲੀਅਸ ਦਾ ਕਿਸੇ ਨੂੰ ਨਹੀਂ ਪਤਾ ਸੀ। ਸੋ ਇਹਨਾਂ ਸਾਰੇ ਰੀਜ਼ਨਸ ਕਰਕੇ ਮੈਂਡਲ ਦੀ ਜਿਹੜੀ ਰਿਸਰਚ ਸੀਗੀ ਉਹ ਅਨਰਿਕੋਗਨਾਈਜ਼ਡ ਰਹਿ ਗਈ। ਉਹਦੇ ਵੱਲ ਇੰਨਾ ਧਿਆਨ ਨਹੀਂ ਦਿੱਤਾ ਗਿਆ ਕਿ ਮੈਂਡਲ ਜੋ ਕਹਿ ਰਿਹਾ ਹੈ ਉਹ ਕੀ ਕਹਿ ਰਿਹਾ ਹੈ ਔਰ ਉਹ ਕਿਉਂ ਕਹਿ ਰਿਹਾ ਹੈ। Rediscoverers of Mendel work. After so many years in 19ਵੀਂ ਸਦੀ ਦੇ ਵਿੱਚ ਮੈਂਡਲਸ ਵਰਕ ਵਾਜ਼ ਰਿਕੋਗਨਾਈਜ਼ਡ। ਮੈਂਡਲ ਦੇ ਕੰਮ ਨੂੰ ਦੁਬਾਰਾ ਪੜ੍ਹਿਆ ਗਿਆ, ਉਸ ਦੇ ਥੀਸਿਸ, ਉਹਦੇ ਰਿਸਰਚ ਪੇਪਰਸ ਨੂੰ ਦੁਬਾਰਾ ਹੈ ਜਿਹੜਾ ਉਹ ਸਟੱਡੀ ਕੀਤਾ ਗਿਆ ਬਾਈ 3 ਸਾਇੰਟਿਸਟ, ਹਿਊਗੋ ਡੀਵਰਿਸ, ਕਾਰਲ ਕੋਰੈਂਸ ਐਂਡ ਐਰਿਕ ਵੌਨ ਸ਼ੈਰਮਾਰਕ। ਇਹ ਤਿੰਨਾਂ ਸਾਇੰਟਿਸਟ ਨੇ ਮੈਂਡਲ ਦੇ ਵਰਕ ਨੂੰ ਰੀਰਾਈਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਮੈਂਡਲ ਵਾਜ਼ ਸੇਇੰਗ ਐਬਸੋਲੂਟਲੀ ਰਾਈਟ। 1902 ਦੇ ਵਿੱਚ ਫਿਰ ਬੋਵੇਰੀ ਐਂਡ ਸਟਨ, ਦੋ ਸਾਇੰਟਿਸਟ, ਜਿਵੇਂ ਅਸੀਂ ਪਹਿਲਾਂ ਵੀ ਇਹਨਾਂ ਦਾ ਨਾਮ ਲੈ ਚੁੱਕੇ ਹਾਂ, ਉਹਨਾਂ ਨੇ, ਕਿਉਂਕਿ ਉਸ ਟਾਈਮ ਮਾਈਕਰੋਸਕੋਪ ਦੀ ਡਿਸਕਵਰੀ ਹੋ ਚੁੱਕੀ ਸੀ, ਸੈੱਲ ਦਾ ਸਟਰਕਚਰ ਸਟੱਡੀ ਕੀਤਾ ਜਾ ਚੁੱਕਿਆ ਸੀ, ਨਿਊਕਲੀਅਸ ਦੇ ਵਿੱਚ ਕ੍ਰੋਮੋਜ਼ੋਮਸ ਹੁੰਦੇ ਨੇ, ਇਹਦੇ ਬਾਰੇ ਪਤਾ ਲੱਗ ਗਿਆ ਸੀ। ਸੋ 1902 ਦੇ ਵਿੱਚ ਸੇਮ ਥਿੰਗ ਨੂੰ ਮੋਡੀਫਾਈ ਕਰਕੇ ਇੱਕ ਥਿਊਰੀ ਬਣਾਈ ਗਈ, ਕ੍ਰੋਮੋਜ਼ੋਮਲ ਥਿਊਰੀ ਆਫ ਇਨਹੈਰੀਟੈਂਸ। ਸੋ ਅਗਰ ਅਸੀਂ ਇਹਨੂੰ ਰਿਟਨ ਦੇ ਵਿੱਚ ਇਹਦੇ ਨੋਟਸ ਬਣਾਉਣੇ ਨੇ ਤਾਂ ਸਟੂਡੈਂਟਸ ਤੁਸੀਂ ਪੁਆਇੰਟਸ 'ਚ ਲਿਖਣਾ ਕ੍ਰੋਮੋਜ਼ੋਮਲ ਥਿਊਰੀ ਆਫ ਇਨਹੈਰੀਟੈਂਸ। ਵਾਟ ਦਾ ਸੁਟੋਨ ਐਂਡ ਬੋਵੇਰੀ ਸੈਡ, ਕ੍ਰੋਮੋਜ਼ੋਮਸ ਐਂਡ ਜੀਨਸ ਆਰ ਪ੍ਰੈਜ਼ੈਂਟ ਐਜ਼ ਪੇਅਰਸ ਇਨ ਡਿਪਲੋਇਡ ਸੈਲਸ। ਤੁਸੀਂ ਇਹਦੇ ਪਹਿਲਾਂ ਨੋਟਸ ਬਣਾ ਲਓ, ਫਿਰ ਅਸੀਂ ਲਾਈਨ ਬਾਏ ਲਾਈਨ ਇਹਨਾਂ ਨੂੰ ਵਿਦ ਡਾਇਗਰਾਮਸ ਐਕਸਪਲੇਨ ਕਰਾਂਗੇ। ਐਂਡ ਥੀਸ ਕ੍ਰੋਮੋਜ਼ੋਮਸ, ਹੋਮੋਲੋਗਸ ਕ੍ਰੋਮੋਜ਼ੋਮਸ ਸੈਪਰੇਟ ਡਿਊਰਿੰਗ ਮਿਓਸਿਸ। ਅਸੀਂ 11th ਦੇ ਵਿੱਚ ਮਾਈਟੋਸਿਸ ਮਿਓਸਿਸ ਬਹੁਤ ਅੱਛੀ ਤਰ੍ਹਾਂ ਕਰ ਚੁੱਕੇ ਹਾਂ ਕਿ ਮਿਓਸਿਸ ਦੇ ਟਾਈਮ ਜਿਹੜੇ ਹੋਮੋਲੋਗਸ ਕ੍ਰੋਮੋਜ਼ੋਮਸ ਨੇ ਉਹ ਸੈਪਰੇਟ ਹੋ ਜਾਂਦੇ ਨੇ ਔਰ ਫਰਟੀਲਾਈਜੇਸ਼ਨ ਰੀਸਟੋਰਸ ਕ੍ਰੋਮੋਜ਼ੋਮ ਨੰਬਰ ਟੂ ਡਿਪਲੋਇਡ ਕੰਡੀਸ਼ਨ। ਅਗਰ ਹੈਪਲੋਇਡ ਹੋ ਜਾਂਦੇ ਨੇ ਗੈਮੀਟ ਦੇ ਵਿੱਚ ਕ੍ਰੋਮੋਜ਼ੋਮਸ ਤਾਂ ਆਫਟਰ ਫਰਟੀਲਾਈਜੇਸ਼ਨ ਦੇ ਅਗੇਨ ਰੀਸਟੋਰਸ ਦਾ ਡਬਲ ਨੰਬਰ। The chromosome theory of inheritance claims it is the chromosomes that segregates। ਇਹ ਥਿਊਰੀ ਕਹਿੰਦੀ ਹੈ ਕਿ ਮੈਂਡਲ ਨੇ ਕਿਹਾ ਸੀ ਫੈਕਟਰ ਸੈਗਰੀਗੇਟਸ ਹੁੰਦੇ ਨੇ, ਲੇਕਿਨ ਮਾਈਕਰੋਸਕੋਪ ਦੇ ਵਿੱਚ ਇਹ ਦਿਖ ਰਿਹਾ ਹੈ ਕਿ these are not factors, these are chromosomes that are segregating and assorting independently in gamete formation। Now let's try to compare what the Mendel said and what this theory, I mean chromosomal theory of inheritance, is saying। So we will study parallelism between Mendelism and chromosomal theory of inheritance। ਜਦੋਂ ਅਸੀਂ ਕੰਪੇਅਰ ਕਰਾਂਗੇ ਦੋਨਾਂ ਦੇ ਸਟੇਟਮੈਂਟਸ ਨੂੰ ਤਾਂ ਇਹ ਥਿਊਰੀ ਹੈ ਜਿਹੜੀ ਸਾਡੀ ਹੋਰ ਕਲੀਅਰ ਹੋਏਗੀ। ਸੋ ਵੀ ਨੋ ਦੈਟ ਮੈਂਡਲ ਸੈਡ ਫੈਕਟਰਸ ਵੀ ਕਾਲ ਜੀਨਸ ਆਰ ਪ੍ਰੈਜ਼ੈਂਟ ਔਨ ਪੇਅਰਸ। ਅਸੀਂ ਮੋਨੋਹਾਈਬ੍ਰਿਡ ਕ੍ਰੋਸ ਦੇ ਵਿੱਚ ਆਲਰੇਡੀ ਕੀਤਾ ਹੈ।
So you can see these are the factors, capital T, capital T. These are the two alleles of a character, tallness, small t. These are the recessive factors. Same thing Sutton and Boveri said, that genes are present on chromosomes and these chromosomes are present in pairs. वो कहते कि yes, these are factors, these are genes, but these genes are present on chromosomes and these chromosomes are present in pairs called homologous chromosomes. You can see this is a pair of homologous chromosome. Human karyotype. ਹੁਣ ਅਸੀਂ ਕਿਹਾ ਕਿ ਜੀਨਸ ਆਰ ਪ੍ਰੈਜ਼ੈਂਟ ਔਨ ਕ੍ਰੋਮੋਸੋਮਸ. ਉਸ ਟਾਈਮ ਮਾਈਕਰੋਸਕੋਪ ਦੇ ਵਿੱਚ ਜਿਹੜਾ ਹੈ ਸੈੱਲ ਦਾ ਸਟਰਕਚਰ ਦੇਖਿਆ ਗਿਆ. ਹਿਊਮਨ ਦੇ ਵਿੱਚ 23 ਪੇਅਰਸ ਆਫ ਕ੍ਰੋਮੋਸੋਮਸ ਨੇ, ਉਹਨਾਂ ਦੀ ਪਿਕਚਰ ਉਤਾਰੀ ਗਈ ਐਂਡ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਆਫ ਜਿਹੜੇ ਹਿਊਮਨ ਕ੍ਰੋਮੋਸੋਮਸ ਜਾਂ ਐਨੀ ਅਦਰ ਕ੍ਰੋਮੋਸੋਮਸ ਆਫ ਐਨੀ ਅਦਰ ਐਨੀਮਲ, ਅਸੀਂ ਉਹਨੂੰ ਕੀ ਕਹਿੰਦੇ ਕੈਰੀਓਟਾਈਪ. ਸੋ ਦਿਸ ਇਜ਼ ਦਾ ਕੈਰੀਓਟਾਈਪ ਆਫ ਹਿਊਮਨ, 23 ਪੇਅਰਸ ਇਨ ਏ ਪਿਕਚਰ. ਤੁਹਾਨੂੰ 23 ਪੇਅਰਸ ਦਿਖ ਰਹੇ ਨੇ ਹਿਊਮਨ ਸੈੱਲ ਦੇ ਵਿੱਚ. ਸੋ ਦਿਸ ਇਜ਼ ਕਾਲਡ karyotype. What is karyotype? Pictorial representation of all the chromosomes present in a cell. This is human karyotype. Now let's try to understand further. You can see these are the factors, these are the alleles present in pairs, and these are the genes which are present in chromosomes, and these chromosomes are present in pair. So this is the Mendel set, and this is the Sutton and Boveri found in their research. So let's move to the another slide. Here we see the comparison. Mendel said factors segregate at the time of gamete formation. You can see gamete formation, capital T and small t. These are the factors and they are segregating during gamete formation. Similarly, you can see during meiosis, the chromosomes separate to form haploid gametes. ਇਹ ਅਸੀਂ cell division ਦੇ ਵਿੱਚ ਅੱਛੀ ਤਰੀਕੇ ਦੇ ਨਾਲ ਕਰ ਚੁੱਕੇ ਹਾਂ ਕਿ how gametes are formed during meiosis. Another comparison, Mendel said alleles of different genes independently assort themselves during gamete formation. ਮੈਂਡਲ ਨੇ ਕਿਹਾ ਕਿ ਐਲੀਲਸ ਨੇ ਜਿਹੜੇ ਜਦੋਂ ਗੈਮੀਟ ਬਣਾਉਂਦੇ ਨੇ ਉਹ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਅਜ਼ੋਰਟ ਕਰਦੇ ਨੇ, ਇੰਡੀਪੈਂਡੈਂਟਲੀ ਗੈਮੀਟਸ ਦੇ ਵਿੱਚ ਜਾਂਦੇ ਨੇ. ਸੇਮ ਥਿੰਗ Sutton and Boveri said that chromosomes also assort independently during gamete formation. Let's try to understand with the help of diagram. You can see in a dihybrid cross, gametes are formed and these gametes, they are assorting independently. Capital T can assort it with capital P, and capital T can also assort itself with small p. Similar is the case with chromosomes. They also assort independently during gamete formation. So this is another animation. Chromosome, structure of chromosomes and genes are present on chromosome. This was all clear due to the discovery of microscope. So we can say chromosomal theory supported Mendel's work. It prove ho gaya ki what the Mendel was trying to say is absolutely correct. Now the question is, कि Sutton and Boveri ਦੀ ਜਿਹੜੀ ਥਿਊਰੀ ਹੈ ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ, ਵਾਜ਼ ਇਟ ਐਕਸੈਪਟਡ, ਕਿ ਇਸ ਨੂੰ ਮੰਨਿਆ ਗਿਆ ਕਿ ਇਹ ਵੈਲਿਡ ਹੈ ਜੋ Sutton and Boveri ਕਹਿ ਰਹੇ ਨੇ ਕਿ ਉਹ ਬਿਲਕੁਲ ਸਹੀ ਹੈ? ਯੈਸ, ਇਹ ਪ੍ਰੂਵ ਹੋ ਗਿਆ ਵਿਦ ਐਕਸਪੈਰੀਮੈਂਟਸ ਆਫ ਥਾਮਸ ਮੋਰਗਨ. ਬਹੁਤ ਇੱਕ ਇੰਪੋਰਟੈਂਟ ਇੱਕ ਫੇਮਸ ਸਾਇੰਟਿਸਟ ਸੀ ਜਿਨ੍ਹਾਂ ਨੇ ਫਰੂਟ ਫਲਾਈ ਡਰੋਸੋਫਿਲਾ ਮਿਲੈਨੋਗੈਸਟਰ ਦੇ ਉੱਪਰ ਬਹੁਤ ਐਕਸਪੈਰੀਮੈਂਟਸ ਕੀਤੇ ਔਰ ਉਹਨਾਂ ਨੇ ਵੀ ਸੇਮ ਥਿੰਗ ਕਹੀ ਕਿ ਜੋ Boveri ਐਂਡ Sutton ਕਹਿ ਰਹੇ ਨੇ. Sutton ਨੇ ਗ੍ਰਾਸ ਉੱਪਰ ਦੇ ਉੱਪਰ ਕੰਮ ਕੀਤਾ ਸੀ, Boveri ਨੇ ਸੀ ਅਰਚਿਨ ਦੇ ਉੱਪਰ ਕੰਮ ਕੀਤਾ ਸੀ. ਦੋਨਾਂ ਨੇ ਇੰਡੀਪੈਂਡੈਂਟਲੀ ਕੰਮ ਕੀਤਾ ਸੀ, ਲੇਕਿਨ ਦੋਨਾਂ ਦਾ ਜਿਹੜਾ ਰਿਜ਼ਲਟ ਸੀ that was common, that was same, ਕਿ these are the chromosomes on which genes are present and which are the basis of inheritance. So ਇਹ ਥਿਊਰੀ ਜਿਹੜੀ ਹੈ ਮੰਨ ਲਈ ਗਈ. ਇਟ ਵਾਸ 100% accepted. ਔਰ ਇਹਦੇ ਨਾਲ ਅਗਰ ਇਹ ਥਿਊਰੀ ਸਹੀ ਕਹਿ ਰਹੀ ਹੈ ਤਾਂ ਮੈਂਡਲ ਦ ਫਾਦਰ ਆਫ ਜੈਨੇਟਿਕਸ, ਉਹਦਾ ਕੰਮ ਹੈ ਜਿਹੜਾ ਉਸ ਨੂੰ ਵੀ ਆਫਟਰ ਸੋ ਮੈਨੀ ਇਅਰਸ ਰਿਕੋਗਨੀਸ਼ਨ ਮਿਲੀ. ਦੈਟ ਇਜ਼ ਵਾਈ ਇਟ ਇਜ਼ ਕਾਲਡ ਮੈਂਡਲ ਇਜ਼ ਦ ਫਾਦਰ ਆਫ ਜੈਨੇਟਿਕਸ. ਸੋ ਸਟੂਡੈਂਟਸ, ਇਹ ਤਾਂ ਸੀਗੀ ਸਾਡੀ ਅੱਜ ਦੀ ਜਿਹੜੀ ਟੌਪਿਕ
chromosomal theory of inheritance. Thank you.